ਕਿੰਨੇ ਸਾਲਾਂ ਦੇ ਸੀ ਜਦੋਂ ਦੇ ਪਾਪਾ ਨਾਲ ਵੀਰੇ ਨਾਲ ਇਸ ਦੁਕਾਨ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ? 12-13 ਸਾਲ ਦੇ ਹੋਵਾਂਗੇ ਜੀ। ਕੁੜੀਆਂ ਨੂੰ ਬਹੁਤ ਸ਼ੌਂਕ ਹੁੰਦਾ ਜਿਊਲਰੀ ਪਾਉਣ ਦਾ, ਗੁੱਤਾਂ ਕਰਨ ਦਾ, ਨਵੇਂ ਨਵੇਂ ਹੇਅਰ ਸਟਾਈਲ ਬਣਾਉਣ ਦਾ। ਬਸ ਦੁਕਾਨ ਵਿੱਚ ਹੀ ਹੈ ਜੀ। ਇਹਨੇ ਕਦੇ ਕੁੜੀਆਂ ਵਾਲੀਆਂ ਜਿੱਦਾਂ ਨਹੀਂ ਕੀਤੀਆਂ ਕਿ ਸੂਟਾਂ ਦੇ ਪਿੱਛੇ ਵਾਲਾਂ ਦੇ ਹੇਅਰ ਸਟਾਈਲ ਬਹੁਤ ਬਹੁਤ ਕੁਝ ਹੁੰਦਾ? ਨਹੀਂ ਜੀ ਨਹੀਂ, ਇਹਨੇ ਨਹੀਂ ਕੀਤੀ ਅੱਜ ਕਰਨਾ ਸੂਟ ਸਾਡਾ ਪਿੱਛੇ ਜੀ ਨਾ ਕੋਈ ਆਪਣਾ ਫੈਸ਼ਨ ਫੂਸ਼ਨ। ਹਾਂਜੀ ਘਰੇ ਵੀ ਸਿੰਪਲ ਪਜਾਮਾ ਬਸ ਘਰੇ ਗੁੱਤ ਕਰ ਲੈਂਦੀ ਹੈ ਜੀ ਘਰੇ। ਚਲੋ ਘਰ ਦੀਆਂ ਮਜਬੂਰੀਆਂ ਵੀ ਵੇਖਣੀਆਂ ਪੈਂਦੀਆਂ ਜਦੋਂ ਘਰੇ ਕਮਾਉਣ ਵਾਲਾ ਕੋਈ ਨਾ ਹੋਵੇ ਤਾਂ ਫਿਰ ਸਭ ਕੁਝ ਵੇਖਣਾ ਪੈਂਦਾ ਜੀ। ਤੁਹਾਨੂੰ ਬਹੁਤ ਸਾਲਾਂ ਤੋਂ ਲੋਕ ਦੇਖ ਰਹੇ ਆ, ਪਹਿਚਾਣ ਆ ਕਿ ਮੋਗੇ ਦੀਆਂ ਬਾਗ ਗਲੀ ਦੀਆਂ ਟਿੱਕੀਆਂ ਤੇ ਜੂੜੇ ਵਾਲੀ ਮਨਜੀਤ। ਕੋਈ ਖਾਸ ਵਜ੍ਹਾ ਹੋਈ ਸੀ ਜਿੱਥੇ ਤੁਹਾਨੂੰ ਕੰਮ ਕਰਨਾ ਪਿਆ? ਡੈਡੀ ਛੱਡ ਕੇ ਗਏ, ਫਿਰ ਮੈਂ ਤੇ ਭਰਾ ਮੇਰਾ ਕੰਮ ਹੀ ਕਰਨ ਲੱਗੇ ਸੀ। ਮਨਜੀਤ ਕਦੇ ਵਿਆਹ ਬਾਰੇ ਨਹੀਂ ਸੋਚਿਆ? ਭੈਣ ਜਾਊਗੀ ਨਾ ਫਿਰ ਬਾਹਰ, ਫਿਰ ਦੇਖਾਂਗੇ। ਬਹੁਤ ਜ਼ਿਆਦਾ ਪ੍ਰੈਕਟਿਸ ਹੋ ਗਈ, ਲੱਗਦਾ ਨਾ ਵੀ ਕੁੜੀਆਂ ਜ਼ਿਆਦਾ ਘੈਂਟ ਤਰੀਕੇ ਨਾਲ ਕੰਮ ਕਰਦੀਆਂ, ਲੱਗਦਾ ਨਹੀਂ? ਤੇ ਆਪ ਦੱਸ ਦੇ। ਕੀ ਸੁਪਨੇ ਆ ਮਨਜੀਤ ਦੇ? ਬਾਹਰ ਜਾਣਾ ਵਾ? ਬਾਹਰ ਜਾਣਾ ਸੀ? ਹਾਂਜੀ। ਮੋਗੇ ਦੀਆਂ ਜਦੋਂ ਵੀ ਖਾਸ ਜਗ੍ਹਾਵਾਂ ਦਾ ਜ਼ਿਕਰ ਹੁੰਦਾ ਹੈ ਤਾਂ ਉੱਥੇ ਮੋਗੇ ਦੀ ਬਾਗ ਗਲੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਮੋਗੇ ਦੀ ਬਾਗ ਗਲੀ ਦਾ ਜ਼ਿਕਰ ਹੋਵੇ ਤੇ ਬਾਗ ਗਲੀ ਦੀਆਂ ਟਿੱਕੀਆਂ ਦਾ ਜ਼ਿਕਰ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਪਰ ਇਸ ਟਿੱਕੀਆਂ ਦੀ ਦੁਕਾਨ ਦੀ ਇੱਕ ਖਾਸੀਅਤ ਜਿਉਂ ਦੀ ਤਿਉਂ ਬਰਕਰਾਰ ਹੈ। ਇਹ ਦੁਕਾਨ ਪਹਿਲਾਂ ਇੱਕ ਰੇਹੜੀ, ਫਿਰ ਛੋਟੀ ਜਿਹੀ ਬੈਠਣ ਦੀ ਜਗ੍ਹਾ ਤੋਂ ਵੱਧ ਕੇ ਵੱਡੀ ਖੁੱਲ੍ਹੀ ਖੂਬਸੂਰਤ ਦੁਕਾਨ ਦੇ ਵਿੱਚ ਤਬਦੀਲ ਹੋ ਗਈ। ਪਰ ਪਿਛਲੇ 18-20 ਸਾਲ ਤੋਂ ਇਸ ਦੁਕਾਨ 'ਤੇ ਜੇ ਕੁਝ ਨਹੀਂ ਬਦਲਿਆ ਤਾਂ ਉਹ ਮਰਦਾਵੇਂ ਪਹਿਰਾਵੇ 'ਚ ਤੇਜ਼ ਹੱਥੀਂ ਕੰਮ ਕਰਦੀ ਇੱਕ ਕੁੜੀ ਮਨਜੀਤ ਕੌਰ। ਬਚਪਨ 'ਚ ਬਾਪ ਨਾਲ ਸਟੋਵ ਫਟਣ ਦੀ ਘਟਨਾ ਤੋਂ ਬਾਅਦ ਮਨਜੀਤ ਨੇ ਛੋਟੀ ਉਮਰੇ ਆਪਣੇ ਭਾਈ ਨਾਲ ਦੁਕਾਨ 'ਤੇ ਜਿਉਂ ਕੰਮ ਕਰਨਾ ਸ਼ੁਰੂ ਕੀਤਾ, ਅੱਜ ਤੱਕ ਕਦੇ ਰੁਕੀ ਹੀ ਨਹੀਂ। ਉਮਰ 30 ਸਾਲ, ਮਰਦਾਵਾਂ ਪਹਿਰਾਵਾ, ਸਿਰ 'ਤੇ ਜੂੜਾ, ਕੰਮ 'ਚ ਤੇਜ਼ ਚੱਲਦੇ ਹੱਥ, ਚਿਹਰੇ 'ਤੇ ਖਾਮੋਸ਼ੀ ਤੇ ਕੋਈ ਅਜੀਬ ਜਿਹੀ ਬੁਝਾਰਤ ਪਾਉਂਦੀ ਮੁਸਕਾਨ। ਸਤਿ ਸ਼੍ਰੀ ਅਕਾਲ। ਹਰ ਸਟੋਰੀ ਸ਼ੋਅ ਵਿਦ ਰਮਨ ਟੂਰ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਔਰ ਹਰ ਸਟੋਰੀ ਸ਼ੋਅ ਦੇ ਵਿੱਚ ਅੱਜ ਜਿਸ ਕੁੜੀ ਦੀ ਕਹਾਣੀ ਲੈ ਕੇ ਮੈਂ ਆਈ ਹਾਂ, ਮੈਂ ਇਸ ਵੇਲੇ ਮੋਗਾ ਦੀ ਮਸ਼ਹੂਰ ਬਾਗ ਗਲੀ ਦੇ ਵਿੱਚ ਮੌਜੂਦ ਹਾਂ। ਔਰ ਇੱਥੇ ਸਾਡੀ ਦਾਦੀਆਂ ਪੜਦਾਦੀਆਂ ਦੇ ਵੇਲੇ ਤੋਂ ਬਾਗ ਗਲੀ ਦੀਆਂ ਟਿੱਕੀਆਂ ਦੀ ਮਸ਼ਹੂਰੀ ਦਾ ਹਮੇਸ਼ਾ ਜ਼ਿਕਰ ਕੀਤਾ ਜਾਂਦਾ ਤੇ ਇਸ ਬਾਗ ਗਲੀ ਦੀਆਂ ਟਿੱਕੀਆਂ ਜਿਹੜੀਆਂ ਮਸ਼ਹੂਰ ਹੈਗੀਆਂ, ਬਿਨਾਂ ਸ਼ੱਕ ਇਹ ਬਹੁਤ ਲੰਬੇ ਸਮੇਂ ਤੋਂ ਪੁਰਾਣੀ ਦੁਕਾਨ ਆ। ਪਰ ਇਸ ਵੇਲੇ ਜਿਹੜਾ ਵੀ ਕੋਈ ਮੋਗੇ ਦੇ ਵਿੱਚ ਆਉਂਦਾ, ਖਾਸ ਤੌਰ ਤੇ ਬਾਗ ਗਲੀ ਦਾ ਜਿਹਨੂੰ ਜ਼ਿਕਰ ਪਤਾ, ਔਰ ਦੇਸ਼ ਵਿਦੇਸ਼ ਦੇ ਵਿੱਚ ਲੋਕ ਜਦੋਂ ਵਿਆਹ ਸ਼ਾਦੀਆਂ 'ਚ ਇੱਥੇ ਸ਼ਾਪਿੰਗ ਕਰਨ ਆਉਂਦੇ ਤੇ ਸਭ ਨੂੰ ਪਤਾ ਕਿ ਬਾਗ ਗਲੀ ਦੇ ਵਿੱਚ ਟਿੱਕੀਆਂ ਦੀ ਇੱਕ ਮਸ਼ਹੂਰ ਦੁਕਾਨ ਆ। ਤੇ ਇੱਥੇ ਇੱਕ ਕੁੜੀ ਇੱਕ ਵਿਲੱਖਣ ਸਰੂਪ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਇਸ ਦੁਕਾਨ ਨੂੰ ਸਾਂਭ ਰਹੀ ਹੈ। ਤੇ ਹਰ ਸਟੋਰੀ ਸ਼ੋਅ ਦੇ ਵਿੱਚ ਅੱਜ ਉਸੇ ਕੁੜੀ ਦੀ ਕਹਾਣੀ ਦਾ ਜ਼ਿਕਰ ਕਰਾਂਗੇ। ਮੈਂ ਇਸ ਵੇਲੇ ਬਾਗ ਗਲੀ ਦੀ ਟਿੱਕੀਆਂ ਵਾਲੀ ਦੁਕਾਨ ਦੇ ਵਿੱਚ ਮੌਜੂਦ ਹਾਂ। ਇਹ ਦੁਕਾਨ ਬਹੁਤ ਸਾਰੇ ਲੋਕ ਜਿਹੜੇ ਮੋਗੇ ਨਾਲ ਸੰਬੰਧਿਤ ਹੋਣਗੇ ਜਾਣਦੇ ਹੋਣਗੇ ਕਿ ਬੜੀ ਛੋਟੀ ਜੀ ਦੁਕਾਨ ਹੋਇਆ ਕਰਦੀ ਸੀ ਤੇ ਮਨਜੀਤ ਕੌਰ ਉਹਦੇ ਵਿੱਚ ਹਮੇਸ਼ਾ ਜਿਹੜੀ ਆ ਕੰਮ ਕਰਦੀ ਆ ਆਪਣੇ ਵੀਰ ਦੇ ਨਾਲ, ਆਪਣੇ ਡੈਡ ਦੇ ਨਾਲ। ਤੁਸੀਂ ਦੇਖ ਸਕਦੇ ਹੋ ਕਿ ਮਨਜੀਤ ਹਮੇਸ਼ਾ ਹੀ ਇਸੇ ਤਰੀਕੇ ਦੇ ਨਾਲ ਕੰਮ ਕਰਦੀ ਆ। ਬਹੁਤ ਜ਼ਿਆਦਾ ਗਾਹਕ ਹੁੰਦੇ ਆ ਕਦੇ ਕਦੇ, ਔਰ ਬਹੁਤ ਜ਼ਿਆਦਾ ਜਿਹੜੀ ਆ ਦੁਕਾਨ ਇਹ ਚੱਲਦੀ ਆ। ਮਨਜੀਤ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਕਿਉਂ ਇਸ ਤਰੀਕੇ ਦਾ ਸਰੂਪ ਹੈ ਉਸਦਾ, ਔਰ ਕਿਉਂ ਜਿਹੜਾ ਲੰਬੇ ਸਮੇਂ ਤੋਂ ਇਸੇ ਤਰੀਕੇ ਦੇ ਨਾਲ ਚੱਲੀ ਆ ਰਹੀ ਹੈ, ਕਦੀ ਬਦਲਾਅ ਜਿਹੜਾ ਮਨਜੀਤ ਦੀ ਜ਼ਿੰਦਗੀ 'ਚ ਦੇਖਿਆ। ਮਨਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਤੁਹਾਡੇ? ਹਾਂਜੀ ਵਧੀਆ ਜੀ। ਮਨਜੀਤ ਬਹੁਤ ਦੇਰ ਤੋਂ ਲੋਕ ਦੇਖ ਰਹੇ ਆ, ਹਾਲਾਂਕਿ ਇਹ ਦੁਕਾਨ ਮੇਰੇ ਦਾਦੀ ਹੋਰੀ ਦੱਸਦੇ ਹੁੰਦੇ ਸੀ ਵੀ ਬਾਗ ਗਲੀ ਦੀਆਂ ਟਿੱਕੀਆਂ। ਤੇ ਉਸ ਤੋਂ ਬਾਅਦ ਜਦੋਂ ਦੀ ਮੈਂ ਜਾਣਦੀ ਹਾਂ 2006-07 ਤੋਂ ਕਾਲਜ ਦੇ ਵਿੱਚ ਆਉਣਾ ਜਾਣਾ ਸ਼ੁਰੂ ਕੀਤਾ, ਤੁਸੀਂ ਇੱਥੇ ਸ਼ੁਰੂ ਤੋਂ ਹੁੰਦੇ ਹੋ। ਪਹਿਲਾਂ ਤਾਂ ਤੁਸੀਂ ਦੱਸ ਦਿਓ ਵੀ ਕਿੰਨੇ ਸਾਲਾਂ ਦੇ ਸੀ ਜਦੋਂ ਦੇ ਪਾਪਾ ਨਾਲ ਵੀਰੇ ਨਾਲ ਇਸ ਦੁਕਾਨ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ? 12-13 ਸਾਲ ਦੇ ਹੋਵਾਂਗੇ ਜੀ। ਤੇ ਹੁਣ ਕਿੰਨੀ ਉਮਰ ਹੈ? ਹੁਣ 30ਵਾਂ ਸਾਲ ਲੱਗਾ ਜੀ। 30ਵਾਂ ਸਾਲ ਲੱਗ ਗਿਆ।
ਮਨਜੀਤ ਤੁਹਾਡੀ ਖਾਸੀਅਤ ਇਹ ਹੈ ਕਿ ਤੁਸੀਂ ਇਸੇ ਸਰੂਪ ਦੇ ਵਿੱਚ ਹੁੰਨੇ। ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਆ ਕਿ ਬਾਗ ਗਲੀ ਦੇ ਵਿੱਚ ਜਿਹੜੀ ਕੁੜੀ ਟਿੱਕੀਆਂ ਦੀ ਦੁਕਾਨ ਚਲਾਉਂਦੀ ਔਰ ਸਭ ਤੋਂ ਜ਼ਿਆਦਾ ਤੁਸੀਂ ਇੱਥੇ ਕੰਮ ਕਰ ਰਹੇ ਹੁੰਨੇ ਆ। ਇਸ ਸਰੂਪ ਦਾ ਖਾਸ ਕੋਈ ਮਕਸਦ, ਇਸ ਤਰੀਕੇ ਦੇ ਨਾਲ ਪਹਿਰਾਵਾ ਇਸ ਤਰੀਕੇ ਦੇ ਨਾਲ ਹਮੇਸ਼ਾ ਜੁੜਾ ਕੀਤਾ ਹੁੰਦਾ ਤੁਹਾਡੇ? ਮੈਂ ਜਦੋਂ ਦੁਕਾਨ ਤੇ ਬਸ ਉਦੋਂ ਦੇ ਸ਼ੁਰੂ ਤੋਂ ਜੁੜਾ ਕਰਨ ਲੱਗੇ ਸੀਗੇ ਜੀ। ਸ਼ੁਰੂ ਤੋਂ ਜੁੜਾ ਹਾਂਜੀ। ਹੁਣ ਕਦੇ ਦਿਲ ਨਹੀਂ ਕੀਤਾ ਵੀ ਕੁੜੀਆਂ ਵਾਂਗੂ, ਕੁੜੀਆਂ ਨੂੰ ਬਹੁਤ ਸ਼ੌਂਕ ਹੁੰਦਾ ਜਿਊਲਰੀ ਪਾਉਣ ਦਾ, ਗੁੱਤਾਂ ਕਰਨ ਦਾ, ਨਵੇਂ ਨਵੇਂ ਹੇਅਰ ਸਟਾਈਲ ਬਣਾਉਣ ਦਾ? ਬਸ ਦੁਕਾਨ ਵਿੱਚ ਹੀ ਹੈ ਜੀ ਹਾਂਜੀ ਕੰਮ। ਜੀ ਤੁਸੀਂ ਪੜ੍ਹੇ ਆ ਕਿੰਨੀਵੀਂ ਕਲਾਸ ਤੱਕ ਪੜ੍ਹਾਈ ਕੀਤੀ? 5 ਹੀ ਪੜ੍ਹੇ ਮੈਂ ਜੀ। ਹਾਂਜੀ। ਕੀ ਮਜਬੂਰੀ ਬਣ ਗਈ ਕਿਉਂਕਿ ਵੀਰਾ ਨਾਲ ਕੰਮ ਕਰਦਾ ਹੈ ਔਰ ਤੁਹਾਨੂੰ ਬਹੁਤ ਸਾਲਾਂ ਤੋਂ ਲੋਕ ਦੇਖ ਰਹੇ ਆ, ਪਹਿਚਾਣ ਆ ਕਿ ਮੋਗੇ ਦੀਆਂ ਬਾਗ ਗਲੀ ਦੀਆਂ ਟਿੱਕੀਆਂ ਤੇ ਜੂੜੇ ਵਾਲੀ ਮਨਜੀਤ, ਕੋਈ ਖਾਸ ਵਜ੍ਹਾ ਹੋਈ ਸੀ ਜਿੱਥੇ ਤੁਹਾਨੂੰ ਕੰਮ ਕਰਨਾ ਪਿਆ? ਡੈਡੀ ਸੜ ਗਏ ਗਈ, ਫਿਰ ਮੈਂ ਤੇ ਭਰਾ ਮੇਰਾ ਕੰਮ ਹੀ ਕਰਨ ਲੱਗ ਗਏ ਜੀ। ਡੈਡੀ ਕਿਵੇਂ, ਕੀ ਹੋਇਆ ਸੀ? ਉਹ ਫਟ ਗਈ ਘਰੇ ਜੀ। ਅੱਛਾ, ਹਾਂਜੀ ਤਾਂ ਕਰਕੇ। ਤੇ ਤੁਸੀਂ ਉਦੋਂ ਤੋਂ ਕੰਮ ਕਰਨਾ ਸ਼ੁਰੂ? ਹਾਂਜੀ। ਤੇ ਹੁਣ ਫਿਰ ਜ਼ਿੰਦਗੀ ਨਾਲ ਕਦੇ ਐਦਾਂ ਨਹੀਂ ਕੋਸ਼ਿਸ਼ ਕੀਤੀ ਵੀ ਕਮਾਉਣ ਲੱਗ ਪਈ ਆ ਪੈਸਾ ਨਾਲ ਦੀ ਨਾਲ ਪੜ੍ਹ ਲਵਾਂ? ਬਾਕੀ ਭਰਾ ਦਾ ਪੁੱਛ ਲਓ ਜੀ। ਪੁੱਛ ਲਓ ਭਰਾ ਦੇ। ਬਾਕੀ ਪੁੱਛ ਲਓ ਭਰਾ ਦਾ, ਬਸ ਦੱਸ ਦੂਗਾ ਜੀ ਭਰਾ। ਵੀਰੇ ਬਹੁਤ ਦੇਰ ਤੋਂ ਮਨਜੀਤ ਕੰਮ ਕਰ ਰਹੀ ਆ, ਜਿਹੜੇ ਮੋਗੇ ਨਾਲ ਸੰਬੰਧਿਤ ਆ ਲੋਕ ਜਾਣਦੇ ਆ ਹਨਾ, ਲੰਬੇ ਸਮੇਂ ਤੋਂ ਮਨਜੀਤ ਕੰਮ ਕਰ ਰਹੀ ਆ। ਕੁੜੀਆਂ ਦਾ ਸਹਿਯੋਗ ਤਾਂ ਬਿਨਾਂ ਸ਼ੱਕ ਹੁੰਦਾ ਘਰ ਦੇ ਵਿੱਚ, ਪਰ ਮਨਜੀਤ ਨੂੰ ਕਿਵੇਂ ਦੇਖਦੇ ਆ ਕਿਉਂਕਿ ਇੱਕ ਪਹਿਚਾਣ ਹੀ ਬਣੀ ਹੋਈ ਆ ਟਿੱਕੀਆਂ ਵਾਲੀ, ਬਾਗ ਗਲੀ ਦੀਆਂ ਟਿੱਕੀਆਂ ਤੇ ਮਨਜੀਤ? ਹਾਂਜੀ। ਉਹ ਮੈਡਮ ਜੀ ਐ ਨਾ ਜੀ ਘਰੇ ਸਟੋਵ ਫਟ ਗਿਆ ਸੀਗਾ, ਡੈਡੀ ਜੀ ਤੋਂ ਮਤਲਬ ਛੋਟੇ ਸੀਗੇ ਉਦੋਂ ਤੇ ਫਿਰ ਆਏ ਨਾ ਜੀ, ਪੜ੍ਹਦੇ ਹੁੰਦੇ ਸੀ ਦੋਨੇ ਜਾਣੇ, ਕਮਾਉਣ ਵਾਲਾ ਹੈ ਨਹੀਂ ਸੀ ਕੋਈ ਘਰੇ। ਫਿਰ ਭੈਣ ਨੇ ਤੇ ਮੈਂ ਉੱਥੇ ਰੇਹੜੀ ਲਾਉਂਦੇ ਹੁੰਦੇ ਸੀਗੇ, ਬਸ ਉਦੋਂ ਫਿਰ ਨਾਲ ਨਾਲ ਹੀ ਹੈ ਜੀ ਜੂੜਾ ਕਰਦੀ ਹੁੰਦੀ ਸੀ। ਉਦੋਂ ਗੁੱਤ ਨਹੀਂ ਕਹਿੰਦੀ ਮੈਂ ਕਰਨੀ ਗੀ, ਤੇ ਉਦੋਂ ਤਾਂ ਜੁੜਾ ਹੀ ਕਰਦੀ ਜੀ ਇਹ। ਫਿਰ ਉਦੋਂ ਤਾਂ ਇੱਕ ਦੂਜੇ ਦੇ ਨਾਲ ਆ, ਚਲੋ ਡੈਡੀ ਵੀ ਹੁੰਦੇ ਕਦੇ ਨਹੀਂ ਹੁੰਦੇ ਕਿੱਥੇ, ਮਤਲਬ ਘਰੇ ਹੁੰਦੇ, ਕੰਮ ਠੀਕ ਠਾਕ ਹੀ ਨਾ ਜੀ ਹੁਣ ਲੋਕਡਾਊਨ ਕਰਕੇ, ਪਰ ਅਸੀਂ ਦੋਨੇ ਜਾਣੇ ਆਪ ਹੀ ਕਰ ਲਈਦਾ ਇੱਥੇ। ਬਸ ਜਦੋਂ ਹੁਣ ਗਾਂ ਸਿਆਲ ਆ ਜਾਣਗੇ ਫਿਰ ਉਹ ਡੈਡੀ ਵੀ ਆ ਜਾ ਕਰਨਗੇ ਦੁਕਾਨ ਤੇ। ਹਾਂਜੀ। ਫਿਰ ਕਦੇ ਮਨਜੀਤ ਦੀਆਂ ਗੱਲਾਂ ਤੋਂ ਕਦੇ ਕਿਉਂਕਿ ਕੁੜੀਆਂ ਦੇ ਬਹੁਤ ਸਾਰੇ ਸੁਪਨੇ ਹੁੰਦੇ, ਕੁੜੀਆਂ ਦੀਆਂ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਔਰ 12 ਕੁ ਸਾਲਾਂ ਦੀ ਮਨਜੀਤ ਇੱਥੇ ਆ ਜਾਂਦੀ ਆ। ਇਹਨੇ ਕਦੇ ਕੁੜੀਆਂ ਵਾਲੀਆਂ ਜਿੱਦਾਂ ਨਹੀਂ ਕੀਤੀਆਂ ਕਿ ਸੂਟਾਂ ਦੇ ਪਿੱਛੇ ਵਾਲਾਂ ਦੇ ਹੇਅਰ ਸਟਾਈਲ ਬਹੁਤ ਕੁਝ ਹੁੰਦਾ? ਨਹੀਂ ਜੀ ਨਹੀਂ, ਇਹਨੇ ਨਹੀਂ ਕੀਤੀ ਅੱਜ ਤੱਕ ਨਾ ਸੂਟ ਸਾਡਾ ਪਿੱਛੇ ਜੀ, ਨਾ ਕੋਈ ਆਪਣਾ ਫੈਸ਼ਨ ਫੂਸ਼ਨ। ਹਾਂਜੀ, ਘਰੇ ਵੀ ਸਿੰਪਲ ਪਜਾਮਾ, ਬਸ ਘਰੇ ਗੁੱਤ ਕਰ ਲੈਂਦੀ ਹੈ ਜੀ ਘਰੇ। ਚਲੋ ਬਸ ਘਰੇ ਵੀ ਆਪਣਾ ਪਜਾਮਾ ਤੇ ਟੀ-ਸ਼ਰਟ ਹੀ ਪਈ ਹੁੰਦੀ ਜੀ ਇਹਦੇ। ਕੋਈ ਸ਼ੌਂਕ ਸੀ ਜਾਂ ਤੁਹਾਨੂੰ ਵੀ ਲੱਗਿਆ ਵੀ ਸੁਰੱਖਿਆ ਦੇ ਮੱਦੇਨਜ਼ਰ ਵੀ, ਕਿਉਂਕਿ ਬਹੁਤ ਦੇਰ ਤੱਕ ਇਹ ਕੰਮ ਕਰਦੀ ਆ? ਜਾਂ ਸ਼ੌਂਕ ਤਾਂ ਕੋਈ ਨਹੀਂ ਮੈਡਮ ਜੀ, ਹੁਣ ਜੇ ਘਰ ਦੀਆਂ ਮਜਬੂਰੀਆਂ ਵੀ ਵੇਖਣੀਆਂ ਪੈਂਦੀਆਂ, ਜਦੋਂ ਘਰੇ ਕਮਾਉਣ ਵਾਲਾ ਕੋਈ ਨਾ ਹੋਵੇ ਤਾਂ ਫਿਰ ਸਭ ਕੁਝ ਵੇਖਣਾ ਪੈਂਦਾ ਜੀ। ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਮਨਜੀਤ ਕੁੜੀ ਆ ਇੱਕ। ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਜੀ, ਸਾਰੇ ਇੰਟਰਵਿਊ ਲੈ ਕੇ ਗਏ ਨਾ, ਪਹਿਲਾਂ ਜਿਹੜੇ ਨਹੀਂ ਵੀ ਜਾਣਦੇ ਹੁੰਦੇ ਸੀਗੇ ਉਹ ਵੀ ਕਹਿੰਦੇ ਸਾਨੂੰ ਨਹੀਂ ਪਤਾ ਸੀਗਾ, ਚਲੋ ਹੁਣ ਪਤਾ ਲੱਗਾ ਵੀ ਕੁੜੀ ਹੈ ਇਹ। ਪਹਿਲਾਂ ਇੰਟਰਵਿਊ ਲੈ ਕੇ ਸੀ ਨਾ ਜਿਹੜੇ, ਹਾਂਜੀ ਹਾਂਜੀ, ਉਹ ਫਿਰ ਵੇਖ ਕੇ ਸਾਰਿਆਂ ਨੂੰ, ਤਾਂ ਜਿਵੇਂ ਕੋਈ ਟਿੱਕੀ ਖਾਣਾ ਹੁੰਦਾ ਸੀਗਾ ਉਹ ਕਹਿੰਦੇ ਹੁੰਦੇ ਨਹੀਂ ਯਾਰ ਸਾਨੂੰ ਪਤਾ ਨਹੀਂ ਸੀਗਾ ਵੀ ਐਂ ਕੁੜੀ ਹੈ ਇਹ, ਤੇ ਵੀ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਇਹ ਕੁੜੀ ਹੈ। ਹਾਂਜੀ। ਵੀਰੇ ਕਦੇ ਤੁਹਾਡੇ ਨਹੀਂ ਬਾਅਦ ਚ ਮਨ ਚ ਆਇਆ ਵੀ ਥੋੜੇ ਬਹੁਤੇ ਹਾਲਾਤ ਸੁਧਰੇ ਵੀ ਇਹਨੂੰ ਇਹ ਕਦੇ ਪੜੇ ਜਾਂ ਕਦੇ ਘਰੇ ਪੁੱਛਿਆ ਸੀਗਾ ਜੀ, ਇਹ ਕਹਿੰਦੀ ਨਹੀਂ ਪੜ੍ਹਨਾ। ਨਹੀਂ ਪੜਨਾ? ਹਾਂਜੀ ਹਾਂਜੀ, ਵੀ ਕੰਮ ਹੀ ਕਰਨਾ ਮੈਂ। ਪਰ ਜੇ ਦੇਖਿਆ ਜਾਵੇ ਤੇ ਬਹੁਤ ਤਕੜੀ ਬਿਜ਼ਨਸਮੈਨ ਬਣ ਚੁੱਕੀ ਹੈ, ਕਿਉਂਕਿ ਜਿਸ ਤਰੀਕੇ ਨਾਲ ਮੈਂ ਦੇਖਿਆ ਬਹੁਤ ਜ਼ਿਆਦਾ ਲੋਕ ਜਦੋਂ ਹੁੰਦੇ ਆ ਤੇ ਮਨਜੀਤ ਦੇ ਜਿਵੇਂ ਹੱਥ ਚੱਲਦੇ ਹੁੰਦੇ ਆ, ਜਿਵੇਂ ਮਸ਼ੀਨ ਕੋਈ ਹੁੰਦੀ ਆ। ਤੇ ਕਦੇ ਵਿਆਹ ਬਾਰੇ ਕਦੇ ਬਹੁਤ ਚੀਜ਼ਾਂ ਹੁੰਦੀਆਂ ਕੁੜੀਆਂ ਨਾਲ ਜੁੜਦੀਆਂ। 20 ਸਾਲ ਹੋ ਗਏ ਜੀ, ਹੁਣ ਪ੍ਰੈਕਟਿਸ ਤਾਂ ਹੋਈ ਜਾਂਦੀ ਹੈ ਜੀ ਫਿਰ ਗਾਹਕ ਦੇ ਹਿਸਾਬ ਨਾਲ। ਹਾਂਜੀ। ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਪਿੱਛੇ ਛੱਡਦੀ ਹੈ ਇਹ? ਮੈਂ ਤਾਂ ਟਿੱਕੀਆਂ ਬਣਾਉਣੀਆਂ ਹੁੰਦੀਆਂ ਜੀ, ਪੌਣੇ ਤੇ ਨਹੀਂ ਹੁੰਦੀਆਂ, ਮੈਂ ਟੰਗੀਆਂ ਬਣਾਈ ਇਹਨਾਂ ਨਾਲ, ਇਹ ਪਾ ਦਿੰਦੀ ਹੈ ਜੀ ਕੁੜੀ ਆਪਣੀ। ਹਾਂਜੀ। ਲੱਗਦਾ ਨਹੀਂ ਹੈ ਕਿ ਵੀਰਾ ਪਿੱਛੇ ਰਹਿ ਜਾਂਦਾ, ਜਿੰਨਾ ਫਾਸਟ ਮਤਲਬ ਚੱਲਦੇ ਆ ਸਾਰੇ ਪਾਸੇ ਹੀ ਹੱਥ ਚੱਲਦੇ ਆ ਨਾ, ਤੇ ਬਹੁਤ ਜ਼ਿਆਦਾ ਪ੍ਰੈਕਟਿਸ ਹੋ ਗਈ। ਲੱਗਦਾ ਨਾ ਵੀ ਕੁੜੀਆਂ ਜ਼ਿਆਦਾ ਘੈਂਟ ਤਰੀਕੇ ਨਾਲ ਕੰਮ ਕਰਦੀਆਂ? ਲੱਗਦਾ ਨਹੀਂ ਹੈ? ਤੇ ਆਪ ਦੱਸ ਦੇ। ਮਨਜੀਤ ਕਦੇ ਵਿਆਹ ਬਾਰੇ ਨਹੀਂ ਸੋਚਿਆ? ਕੋਈ ਨਹੀਂ, ਭੈਣ ਜਾਊਗੀ ਨਾ ਫਿਰ ਬਾਹਰ, ਫਿਰ ਦੇਖਾਂਗੇ ਬਾਰੇ। 30 ਸਾਲ ਦੀ ਹੋ ਗਈ ਤੁਸੀਂ? ਹਾਂਜੀ। ਆਪਣੇ ਤਾਂ ਵੈਸੇ ਮੈਨੂੰ ਤਾਂ ਹੀ ਲੱਗਦਾ ਹੁੰਦਾ ਵੀ ਕੁੜੀਆਂ ਜੇ ਕੰਮ ਕਰਦੀਆਂ, ਚੰਗੀਆਂ ਬਿਜ਼ਨਸ ਵੂਮਨ ਬਣ ਕੇ ਨਿੱਤਰਦੀਆਂ, ਜਿਸ ਤਰੀਕੇ ਦਾ ਸਾਡਾ ਸਮਾਜ ਆ ਹਨਾ, ਆਮ ਹੀ ਬੁੜੀਆਂ ਕਹਿ ਦਿੰਦੀਆਂ ਕੁੜੇ ਤੂੰ 30 ਸਾਲ ਦੀ ਹੋ ਗਈ, 32 ਦੀ ਹੋ ਗਈ। ਤੁਹਾਡੇ ਆਂਢ ਗੁਆਂਢ ਨਹੀਂ ਕੋਈ ਇਦਾਂ ਕਹਿੰਦਾ? ਨਹੀਂ, ਹਿੰਮਤ ਹੀ ਨਹੀਂ ਪੈਂਦੀ ਕੰਮ ਕਰਦੇ ਦੇਖ ਕੇ ਮਨਜੀਤ ਨੂੰ? ਸਾਡੇ ਕਹਿੰਦਾ ਨਹੀਂ ਕੋਈ ਨਹੀਂ ਕਹਿੰਦਾ। ਮਨਜੀਤ ਹੋਰ ਸੁਪਨੇ ਕੀ ਹੈ ਇਸ ਦੁਕਾਨ ਨੂੰ ਹੋਰ ਵੱਡਾ ਕਰਨਾ? ਛੋਟੀ ਜਿਹੀ ਦੁਕਾਨ ਹੁੰਦੀ ਸੀ ਪਹਿਲਾਂ, ਤੇ ਸੁਪਨੇ ਕੀ ਆ? ਸੁਪਨੇ ਤਾਂ ਕੁੜੀਆਂ ਦੇ ਹੁੰਦੇ ਹੀ ਹੁੰਦੇ ਆ ਹਨਾ, ਪੜ੍ਹਨਾ ਨਹੀਂ ਹੋ ਸਕਦਾ ਪਰ ਹੋਰ ਸੁਪਨੇ ਹੋਵੇ। ਕੀ ਸੁਪਨੇ ਆ ਮਨਜੀਤ ਦੇ? ਬਾਹਰ ਜਾਣਾ ਸੀ? ਹਾਂਜੀ। ਤੁਹਾਨੂੰ ਲੱਗਦਾ ਵੀ ਤੁਸੀਂ ਬਾਹਰ ਜਾ ਕੇ ਤਾਂ ਹੁਣ ਬਹੁਤ ਜ਼ਿਆਦਾ ਤਜਰਬਾ ਹੋ ਗਿਆ, ਤੁਸੀਂ ਤਗੜੇ ਲੋਕਾਂ ਨੂੰ ਮਾਤ ਪਾ ਸਕਦੇ ਆ, ਇੰਨੇ ਮਿਹਨਤੀ ਤੁਸੀਂ? ਲੱਗਦਾ ਤੇ ਆਪ बहुत घट बोलने वाली मनजीत बहुत ज़्यादा मेहनत करने वाली कुड़ी है।
ਬਾਪ ਦਾ ਵਪਾਰ ਜਿੱਥੇ ਪੁੱਤ ਅੱਗੇ ਲੈ ਕੇ ਜਾਂਦਾ ਰਿਹਾ ਹੈ, ਉੱਥੇ ਮਨਜੀਤ ਨੇ ਇਹ ਮਿਸਾਲ ਕਾਇਮ ਕਰ ਦਿੱਤੀ ਕਿ ਜਦੋਂ ਧੀਆਂ ਅਜਿਹਾ ਠਾਣ ਲੈਣ, ਫਿਰ ਉਹ ਆਪਣੇ ਸਾਰੇ ਚਾਅ ਤੇ ਰੀਝਾਂ ਪਾਸੇ ਰੱਖ ਕੇ ਸਿਰਫ ਉਹ ਕਰਦੀਆਂ ਨੇ ਜੋ ਮਾਪਿਆਂ ਲਈ ਸੁਖਾਵਾਂ ਤੇ ਤਰੱਕੀ ਵਾਲਾ ਹੋਵੇ। ਅੱਖਾਂ 'ਚ ਨਮੀ, ਬੁੱਲਾਂ ਤੇ ਖੂਬਸੂਰਤ ਮੁਸਕਾਨ, ਹੱਥਾਂ 'ਚ ਸੁੱਚੀ ਮਿਹਨਤ, ਦਿਲ 'ਚ ਕੁਝ ਖਾਸ ਤੇ ਰਹੱਸਮਈ ਜਜ਼ਬਾਤ ਰੱਖੇ ਇਸ ਕੁੜੀ ਨੂੰ ਔਨ ਏਅਰ ਵੱਲੋਂ ਹਰ ਸਟੋਰੀ ਸ਼ੋਅ ਜ਼ਰੀਏ ਸਲਾਮ ਪੇਸ਼ ਹੈ।